ਦੋਸਤੋ ਤੁਸੀਂ ਮੇਰੇ ਤੇ ਭਰੋਸਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਅਫਸੋਸ ਹੈ ਕਿ ਮੈਂ ਕੁਝ ਨਿੱਜੀ ਕਾਰਨਾਂ ਕਰਕੇ ਇਸ ਚੈਨਲ ਤੋਂ ਲੰਬੇ ਸਮੇਂ ਤੋਂ ਦੂਰ ਸੀ। ਹੁਣ ਮੈਂ ਵਾਅਦਾ ਕਰਦਾ ਹਾਂ ਕਿ ਤੁਸੀਂ ਇਸ ਦਾ ਆਨੰਦ ਮਾਣਦੇ ਰਹੋਗੇ। ਹੁਣ ਤੋਂ ਮੈਂ ਲਗਾਤਾਰ ਤੁਹਾਡੇ ਲਈ ਚੰਗੀਆਂ ਕਹਾਣੀਆਂ ਲੈ ਕੇ ਆ ਰਿਹਾ ਹਾਂ। ਇਸ ਲਈ ਆਪਣੇ ਇਸ ਵੀਰ ਨੂੰ ਸਪੋਰਟ ਕਰੋ ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਸਬਸਕ੍ਰਾਈਬ ਕਰੋ। ਦੋਸਤੋ ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਦੋਸਤੋ ਮੇਰਾ ਨਾਮ ਜਤਿਨ ਦਿਵੇਚਾ ਹੈ ਅਤੇ ਮੈਂ ਮਹਾਰਾਸ਼ਟਰ ਤੋਂ ਹਾਂ। ਜੋ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਮੇਰੇ ਪਿਤਾ ਜੀ ਨਾਲ ਵਾਪਰੀ ਸੀ। ਉਸ ਸਮੇਂ ਮੇਰੇ ਪਿਤਾ ਜੀ ਨਗਰ ਕੌਂਸਲ ਅਚਲਪੁਰ ਵਿੱਚ ਨੌਕਰੀ ਤੇ ਸਨ। ਉਸ ਸਮੇਂ ਉਹਨਾਂ ਦੀ ਡਿਊਟੀ ਪਰਤਵਾੜਾ ਤੋਂ 3 ਕਿਲੋਮੀਟਰ ਦੂਰ ਗੋਰਖੇੜਾ ਨਾਕੇ ਤੇ ਹੁੰਦੀ ਸੀ। ਗੱਡੀਆਂ ਨਾ ਹੋਣ ਕਾਰਨ ਪਿਤਾ ਜੀ ਸਾਈਕਲ ਤੇ ਹੀ ਆਉਂਦੇ ਜਾਂਦੇ ਰਹਿੰਦੇ ਸਨ। ਰਾਤ ਦੀ ਡਿਊਟੀ ਹੁੰਦੀ ਸੀ। ਸਾਡਾ ਘਰ ਵੀ ਗੋਰਖੇੜਾ ਵਿੱਚ ਹੋਣ ਕਾਰਨ ਇੱਕ ਰਾਤ ਪਿਤਾ ਜੀ 1 ਵਜੇ ਨਾਕੇ ਲਈ ਰਵਾਨਾ ਹੋ ਗਏ। ਸੰਤਰੇ ਦੇ ਬਗੀਚਿਆਂ ਵਿੱਚ ਠੰਡੀ ਹਵਾ ਸੀ। ਰਸਤੇ ਵਿੱਚ 1-2 ਲਾਈਟਾਂ ਵੀ ਸੀ। ਨਾਕੇ ਤੇ ਪਹੁੰਚ ਕੇ 20-30 ਮੀਟਰ ਦੀ ਦੂਰੀ ਤੇ ਉਹਨਾਂ ਨੇ ਇੱਕ ਬੱਸ ਦੇਖੀ। ਉਹ ਬੱਸ ਉੱਥੇ ਹੀ ਨਾਕੇ ਤੇ ਰੁਕੀ ਅਤੇ ਉਸ ਬੱਸ ਦੇ ਡਰਾਈਵਰ ਨੇ ਕੰਡਕਟਰ ਨੂੰ ਹੇਠਾਂ ਉਤਰ ਕੇ ਦੇਖਣ ਲਈ ਕਿਹਾ ਕਿ ਬਲਾਕ ਆਇਆ ਹੈ ਜਾਂ ਨਹੀਂ। ਮੇਰੇ ਪਿਤਾ ਜੀ ਨੂੰ ਇਹ ਦੇਖ ਕੇ ਰਾਹਤ ਮਿਲੀ ਕਿ ਬੱਸ ਆ ਗਈ ਹੈ। ਮੇਰੇ ਪਿਤਾ ਜੀ ਨੇ ਦੇਖਿਆ ਕਿ ਬਲਾਕ ਵਿੱਚੋਂ ਕੋਈ ਬਾਹਰ ਨਹੀਂ ਆਇਆ, ਇਸ ਲਈ ਉਹ ਆਪ ਅੰਦਰ ਚਲੇ ਗਏ। ਗੇਟ ਦੇ ਅੰਦਰ ਜਾ ਕੇ ਦੇਖਿਆ ਕਿ ਅੰਦਰ ਇੱਕ ਆਦਮੀ ਬਹੁਤ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ। ਮੇਰੇ ਪਿਤਾ ਜੀ ਨੇ ਉਸ ਨੂੰ ਜਗਾਇਆ ਅਤੇ ਕਿਹਾ ਕਿ ਬੱਸ ਬਾਹਰ ਆ ਗਈ ਹੈ ਅਤੇ ਤੁਸੀਂ ਅੰਦਰ ਆਰਾਮ ਨਾਲ ਸੋ ਰਹੇ ਹੋ। ਘੱਟੋ ਘੱਟ ਇੱਕ ਵਾਰ ਤਾਂ ਉਸ ਆਦਮੀ ਨੇ ਹੈਰਾਨ ਹੋ ਕੇ ਕਿਹਾ ਕਿ ਮੈਂ ਕੋਈ ਆਵਾਜ਼ ਨਹੀਂ ਸੁਣੀ। ਫਿਰ ਵੀ ਜਦੋਂ ਉਹ ਮੇਰੇ ਪਿਤਾ ਜੀ ਦੇ ਕਹਿਣ ਤੇ ਬਾਹਰ ਆਇਆ ਤਾਂ ਬਾਹਰ ਕੋਈ ਬੱਸ ਨਹੀਂ ਸੀ। ਮੇਰੇ ਪਿਤਾ ਜੀ ਡਰ ਗਏ ਕਿ ਬੱਸ ਅਚਾਨਕ ਕਿਵੇਂ ਗਾਇਬ ਹੋ ਸਕਦੀ ਹੈ। ਨਾਕੇ ਵਾਲਾ ਆਦਮੀ ਜਾਣਦਾ ਸੀ ਕਿ ਮੇਰੇ ਪਿਤਾ ਜੀ ਨੇ ਜੋ ਦੇਖਿਆ ਉਹ ਇੱਕ ਛਲਾਵਾ ਸੀ। ਨਾਕੇ ਵਾਲੇ ਨੇ ਸਿਰਫ ਇੰਨਾ ਹੀ ਕਿਹਾ ਕਿ ਇਸ ਬਾਰੇ ਪਿੰਡ ਵਾਸੀਆਂ ਨੂੰ ਪੁੱਛੋ, ਉਹ ਤੁਹਾਨੂੰ ਸਭ ਕੁਝ ਦੱਸ ਦੇਣਗੇ। ਅਗਲੇ ਦਿਨ ਸਵੇਰੇ ਮੇਰੇ ਪਿਤਾ ਜੀ ਨੇ ਇੱਕ ਪਿੰਡ ਦੇ ਕਿਸਾਨ ਨੂੰ ਪੁੱਛਿਆ ਕਿ ਬੀਤੀ ਰਾਤ 1 ਵਜੇ ਮੈਂ ਇੱਕ ਬੱਸ ਸਵਾਰੀਆਂ ਨਾਲ ਭਰੀ ਦੇਖੀ ਅਤੇ ਕੁਝ ਦੇਰ ਬਾਅਦ ਉਹ ਗਾਇਬ ਹੋ ਗਈ। ਤਾਂ ਉਸ ਪਿੰਡ ਵਾਸੀ ਨੇ ਦੱਸਿਆ ਕਿ 5 ਸਾਲ ਪਹਿਲਾਂ ਇਸ ਨਾਕੇ ਤੇ ਬੱਸ ਦਾ ਹਾਦਸਾ ਹੋਇਆ ਸੀ ਜਿਸ 'ਚ ਡਰਾਈਵਰ ਤੇ ਕੰਡਕਟਰ ਸਮੇਤ 20-30 ਸਵਾਰੀਆਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਈ ਲੋਕ ਉਸ ਬੱਸ ਦੇ ਨਾਲ-ਨਾਲ ਡਰਾਈਵਰ ਅਤੇ ਕੰਡਕਟਰ ਦਾ ਛਲਾਵਾ ਵੀ ਦੇਖਦੇ ਹਨ। ਇਹ ਸੁਣ ਕੇ ਪਿਤਾ ਜੀ ਬਹੁਤ ਘਬਰਾ ਗਏ। ਉਸ ਤੋਂ ਬਾਅਦ ਉਹਨਾਂ ਨੇ ਕਦੇ ਉਸ ਬੱਸ ਨੂੰ ਨਹੀਂ ਦੇਖਿਆ। ਪਰ ਅੱਜ ਵੀ ਜਦੋਂ ਉਹ ਸਾਨੂੰ ਇਸ ਕਹਾਣੀ ਬਾਰੇ ਦੱਸਦੇ ਹਨ ਤਾਂ ਅਸੀਂ ਬਹੁਤ ਹੈਰਾਨ ਹੁੰਦੇ ਹਾਂ। ਇਸ ਕਹਾਣੀ ਬਾਰੇ ਕਮੈਂਟ ਕਰਨਾ ਨਾ ਭੁੱਲੋ। ਅਗਲੀ ਕਹਾਣੀ। ਹੈਲੋ ਦੋਸਤੋ, ਮੈਂ ਪੰਜਾਬ ਦੇ ਧਰਮਕੋਟ ਤੋਂ ਸਿਮਰ ਸੰਧੂ ਹਾਂ। ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇੱਕ ਡਰਾਵਨਾ ਅਨੁਭਵ ਪੇਸ਼ ਕਰਨ ਜਾ ਰਿਹਾ ਹਾਂ। ਮੈਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਭੂਤ ਦੀਆਂ ਕਹਾਣੀਆਂ ਸੁਣਨ ਦਾ ਆਨੰਦ ਮਿਲਦਾ ਹੈ। ਇਸ ਲਈ ਅੱਜ ਮੈਂ ਤੁਹਾਨੂੰ ਆਪਣੀ ਚਚੇਰੀ ਭੈਣ ਦਾ ਡਰਾਵਨਾ ਅਨੁਭਵ ਦੱਸਣ ਜਾ ਰਿਹਾ ਹਾਂ। ਉਸ ਦਾ ਨਾਮ ਜਸਮੀਤ ਕੌਰ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਕਾਲਜ ਵਿੱਚ MSc ਦੀ ਪੜ੍ਹਾਈ ਕਰ ਰਹੀ ਸੀ। ਉਹ ਉਸ ਸਮੇਂ ਉੱਥੇ ਕੁੜੀਆਂ ਦੇ ਹੋਸਟਲ ਵਿੱਚ ਰਹਿੰਦੀ ਸੀ। ਇਮਤਿਹਾਨ ਤੋਂ ਪਹਿਲਾਂ ਉਹ ਅਤੇ ਉਸਦੀ ਕੁਝ ਦੋਸਤ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਸਨ। ਪੜ੍ਹਦਿਆਂ ਰਾਤ ਦੇ 12:30 ਵੱਜ ਚੁੱਕੇ ਸਨ। ਉਸ ਲਾਇਬ੍ਰੇਰੀ ਵਿੱਚ ਸਿਰਫ 6 ਕੁੜੀਆਂ ਸਨ। ਲਾਇਬ੍ਰੇਰੀ ਵਿੱਚ ਸਨਾਟਾ ਛਾ ਗਿਆ। ਸਾਰਾ ਹੋਸਟਲ ਬਹੁਤ ਸ਼ਾਂਤ ਸੀ। ਇਸੇ ਲਈ ਇੱਕ ਲੜਕੀ ਨੇ ਕਿਹਾ ਕਿ ਉਹ ਪੜ੍ਹ ਕੇ ਬੋਰ ਹੋ ਗਈ ਹੈ, ਕਿਉਂ ਨਾ ਕੋਈ ਖੇਡ ਖੇਡੋ ਪਰ ਜਿਸ ਨਾਲ ਮਨ ਵੀ ਤਰੋਤਾਜ਼ਾ ਰਹੇਗਾ ਅਤੇ ਨੀਂਦ ਵੀ ਆਵੇਗੀ। ਸਾਰੇ ਉਸ ਨਾਲ ਸਹਿਮਤ ਹੋ ਗਏ। ਉਹਨਾਂ ਵਿੱਚੋਂ ਇੱਕ ਲੜਕੀ ਜਿਸ ਦਾ ਨਾਮ ਪੂਜਾ ਸੀ ਨੇ ਕਿਹਾ ਕਿ ਆਓ ਅਸੀਂ ਸਾਰੇ ਕਿਸੇ ਰੂਹ ਨਾਲ ਗਏ। ਇਹ ਸਭ ਕਹਿੰਦਿਆਂ ਉਹ ਆਪਣੇ ਕਮਰੇ ਵਿੱਚ ਗਈ ਅਤੇ ਆਊਜਾ ਬੋਰਡ ਲੈ ਕੇ ਆਈ ਜਿਸ ਤੇ A ਤੋਂ Z ਤੱਕ ਅੱਖਰ, 0 ਤੋਂ 9 ਤੱਕ ਨੰਬਰ ਅਤੇ ਪਾਸਿਆਂ ਤੇ ਯਸ ਅਤੇ ਨੋ ਲਿਖੇ ਹੋਏ ਸਨ। ਪੂਜਾ ਨੇ ਬੋਰਡ ਦੇ ਚਾਰੇ ਪਾਸੇ 4 ਮੋਮਬੱਤੀਆਂ ਜਗਾਈਆਂ ਅਤੇ ਫਿਰ ਲਾਇਬ੍ਰੇਰੀ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ। ਫਿਰ ਉਸਨੇ ਸਿੱਕੇ ਨੂੰ ਬੋਰਡ ਦੇ ਵਿਚਕਾਰ ਪਾ ਦਿੱਤਾ। ਡਰ ਦੇ ਮਾਰੇ 2 ਕੁੜੀਆਂ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਅਤੇ ਬਾਕੀ 4 ਨੇ ਉਸ ਸਿੱਕੇ ਤੇ ਇੱਕ ਉਂਗਲ ਰੱਖੀ। ਫਿਰ ਪੂਜਾ ਨੇ ਕਿਹਾ ਕਿ ਡਰੋ ਨਾ ਅਤੇ ਇੱਥੋਂ ਨਾ ਉੱਠੋ, ਨਹੀਂ ਤਾਂ ਆਤਮਾ ਗੁੱਸੇ ਹੋ ਜਾਵੇਗੀ। ਹੁਣ ਪੂਜਾ ਕਹਿਣ ਲੱਗੀ, ਜੇਕਰ ਇੱਥੇ ਕੋਈ ਆਤਮਾ ਹੈ ਤਾਂ ਸਾਡੇ ਨਾਲ ਗੱਲ ਕਰੋ। ਲਾਇਬ੍ਰੇਰੀ ਵਿੱਚ ਇੱਕ ਅਜੀਬ ਜਿਹੀ ਚੁੱਪ ਅਤੇ ਹਨੇਰਾ ਸੀ। ਅਚਾਨਕ ਲਾਇਬ੍ਰੇਰੀ ਵਿੱਚ ਕਿਧਰੋਂ ਕੋਈ ਆਵਾਜ਼ ਆਈ। ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਕਿਤਾਬ ਡਿੱਗ ਗਈ ਹੈ। ਉਸੇ ਸਮੇਂ ਸਿੱਕਾ ਹਿਲਿਆ ਅਤੇ
ਜਸਮੀਤ ਦੀਦੀ ਨੇ ਪੁੱਛਿਆ ਕਿ ਇੱਥੇ ਕੋਈ ਆਤਮਾ ਹੈ, ਜਿਸ ਕਾਰਨ ਛੱਤ ਤੇ ਪਿਆ ਬੰਦ ਪੱਖਾ ਜ਼ੋਰ-ਜ਼ੋਰ ਨਾਲ ਹਿੱਲਣ ਲੱਗਾ। ਸਾਰੀ ਕੁੜੀਆਂ ਡਰ ਗਈਆਂ, ਪਰ ਪੂਜਾ ਨੇ ਕਿਹਾ ਕਿ ਕੋਈ ਵੀ ਕੁੜੀ ਇਕੱਲੀ ਨਹੀਂ ਭੱਜਣੀ ਚਾਹੀਦੀ। ਅਜਿਹਾ ਕਰਨ ਨਾਲ ਆਤਮਾ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਬਾਅਦ ਪੂਜਾ ਨੇ ਦੇਖਿਆ ਅਤੇ ਕਿਹਾ ਕਿ ਜੇਕਰ ਇੱਥੇ ਕੋਈ ਆਤਮਾ ਹੈ ਤਾਂ ਸਾਡੇ ਨਾਲ ਗੱਲ ਕਰੋ। ਕੁਝ ਦੇਰ ਲਈ ਸੰਨਾਟਾ ਛਾ ਗਿਆ ਅਤੇ ਅਚਾਨਕ ਸਾਰੀਆਂ ਮੋਮਬੱਤੀਆਂ ਬੁਝ ਗਈਆਂ ਅਤੇ ਲਾਇਬ੍ਰੇਰੀ ਵਿੱਚੋਂ ਕਦਮਾਂ ਦੀ ਆਵਾਜ਼ ਆਉਣ ਲੱਗੀ। ਸਾਰੀਆਂ ਕੁੜੀਆਂ ਡਰ ਕੇ ਭੱਜ ਗਈਆਂ, ਪਰ ਜਸਮੀਤ ਦੀਦੀ ਪਿੱਛੇ ਰਹਿ ਗਈ ਅਤੇ ਉਸ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਜਾ ਰਿਹਾ ਸੀ। ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਨੂੰ ਪਿੱਛੇ ਵੱਲ ਖਿੱਚ ਰਿਹਾ ਹੈ। ਉਹ ਉੱਚੀ ਰੋਣ ਲੱਗ ਪਈ। ਉਸ ਦੀ ਆਵਾਜ਼ ਸੁਣ ਕੇ ਹੋਸਟਲ ਦੀਆਂ ਸਾਰੀਆਂ ਕੁੜੀਆਂ ਜਾਗ ਪਈਆਂ ਅਤੇ ਉੱਠ ਕੇ ਲਾਇਬ੍ਰੇਰੀ ਵੱਲ ਭੱਜੀਆਂ। ਹੋਸਟਲ ਦੇ ਵਾਰਡਨ ਅਤੇ ਸਾਰੀਆਂ ਕੁੜੀਆਂ ਨੇ ਮਿਲ ਕੇ ਦਰਵਾਜ਼ਾ ਖੋਲ੍ਹਿਆ ਅਤੇ ਦੀਦੀ ਨੂੰ ਬਾਹਰ ਕੱਢ ਲਿਆ। ਇਸ ਘਟਨਾ ਤੋਂ ਬਾਅਦ ਵੀ ਉਸ ਨੂੰ ਲਾਇਬ੍ਰੇਰੀ ਦੇ ਡਰਾਉਣੇ ਸੁਪਨੇ ਆਉਂਦੇ ਹਨ ਅਤੇ ਉਹ ਅੱਜ ਤੱਕ ਉਸ ਘਟਨਾ ਨੂੰ ਨਹੀਂ ਭੁੱਲੀ ਹੈ। ਸੋ ਦੋਸਤੋ, ਮੇਰੀ ਭੈਣ ਦਾ ਤਜਰਬਾ ਦੇਖ ਕੇ ਮੈਨੂੰ ਲੱਗਾ ਕਿ ਕਦੇ ਵੀ ਕਿਸੇ ਆਤਮਾ ਜਾਂ ਭੂਤ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਜ਼ਰੂਰ ਕਮੈਂਟ ਕਰੋ। ਦੋਸਤੋ, ਇਹ ਸੱਚੀ ਕਹਾਣੀ WhatsApp ਰਾਹੀਂ ਸਾਡੇ ਸਬਸਕ੍ਰਾਈਬਰਸ ਨੇ ਸਾਨੂੰ ਭੇਜੀ ਹੈ। ਤੁਸੀਂ ਵੀ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।